ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ। ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚ ਹਉ ਨਹੀਂ ਸਹਿਸਾ ਚੁਕਾਇਆ, ਸਿਕਦਾਰ ਹੋ ਨਹਿ ਪਤੀ ਆਇਆ। ਉਮਰਾ ਵਹੁ ਆਗੈ ਝੇਰਾ, ਮਿਲ ਰਾਜਨ ਰਾਮ ਨਵੇਰਾ। ਅਬ ਢੂੰਡਨ ਕਤਹੁ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਉ। ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿਟੀ ਪੁਕਾਰਾ। ਲਬਦੇ ਆਪਣੀ ਪਾਈ, ਤਾਂ ਕਤ ਆਵੈ ਕਤ ਜਾਈ। ਤੈ ਸਾਚ ਨਿਆਇ ਨਿਬੇਰਾ, ਊਹਾਂ ਸਮ ਠਾਕੁਰ ਸਮਚੇਰਾ। ਅੰਤਰਜਾਮੀ ਜਾਣੈ, ਬਿਨ ਬੋਲਤ ਆਪ ਪਛਾਨੈ। ਸਰਬ ਥਾਨ ਕੋ ਰਾਜਾ, ਤੈ ਅਨਹਦ ਸ਼ਬਦ ਵਾਜਾ। ਤਿਸ ਪੈ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਤਿਸ ਪੈ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਉਪਦੇਸ਼ 621 ਅੰਕ 'ਤੇ ਹੈ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗਣੀ ਦੇ ਵਿੱਚ ਕਿਰਪਾ ਕਰਦੇ ਨੇ। ਘਰ ਤੀਜਾ ਚੌਪਦੇ। ਤੀਸਰੇ ਘਰ ਵਿੱਚ ਗਾਇਨ ਕਰਨ ਦਾ ਹੁਕਮ ਹੈ। 4 ਪਦਿਆਂ ਦਾ ਸ਼ਬਦ ਹੈ। ਪਹਿਲੋਂ ਮੰਗਲ ਹੈ। ਇੱਕ ਓੰਕਾਰ, ਰੱਬ ਇੱਕ ਹੈ, ਉਹ ਪ੍ਰਕਾਸ਼ਕ ਹੈ। ਸਾਰੇ ਸੰਸਾਰ ਦੀ ਵਾਗਡੋਰ ਉਸ ਦੇ ਹੱਥ ਵਿੱਚ ਹੈ। ਇਹ ਇੱਕ ਰਸ ਹੈ ਅਤੇ 7 ਰੂਪ ਹੈ। 7 ਰੂਪ ਤੋਂ ਭਾਵ ਨਾ ਆਉਂਦਾ ਨਾ ਜਾਂਦਾ, ਨਾ ਜੰਮਦਾ ਨਾ ਮਰਦਾ, ਉਹਨੂੰ ਕੋਈ ਨਸ਼ਟ ਨਹੀਂ ਕਰ ਸਕਦਾ। ਅਤੇ ਮਿਲਦਾ ਕਿਵੇਂ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ। ਮਿਲ ਪੰਚ ਹਉ ਨਹੀਂ ਸਹਿਸਾ ਚੁਕਾਇਆ, ਸਿਕਦਾਰੂ ਨਹਿ ਪਤੀ ਆਇਆ। ਉਮਰਾ ਵਹੁ ਆਗੈ ਝੇਰਾ, ਮਿਲ ਰਾਜਨ ਰਾਮ ਨਵੇਰਾ। ਇਸ ਸ਼ਬਦ ਦੇ ਅੰਤਰੀ ਅਰਥ ਨੇ, ਪਰ ਬਾਹਰੀ ਤੌਰ 'ਤੇ ਵੀ ਇੱਕ ਘਟਨਾ ਦੇ ਨਾਲ ਇਹ ਸੰਬੰਧਿਤ ਹੈ। ਗੁਰੂ ਅਰਜਨ ਦੇਵ ਜੀ ਜਦੋਂ ਗੁਰਤਾ ਗੱਦੀ 'ਤੇ ਬੈਠ ਗਏ, ਪ੍ਰਿਥੀ ਚੰਦ ਨੇ ਫਿਰ ਗੁਰਤਾ ਗੱਦੀ ਲੈਣ ਵਾਸਤੇ ਜਿਹੜੇ ਮਿਲ ਪੰਚ ਹੋ, ਜਿਹੜੇ ਮੁਖੀ ਸਿੱਖ ਸੀ, ਉਹਨਾਂ ਨੂੰ ਭਰਮਾਉਣਾ ਚਾਹਿਆ ਸੀਗਾ, ਪਰ ਨਹੀਂ ਗੱਲ ਬਣੀ। ਫਿਰ ਸਿਕਦਾਰ ਨਹੀਂ ਪਤੀ ਆਇਆ। ਫਿਰ ਜਿਹੜੇ ਛੋਟੀਆਂ ਚੌਂਕੀਆਂ ਥਾਣੇ ਸੀ, ਉਹਨਾਂ ਵਿੱਚ ਵੀ ਪਹੁੰਚ ਕੀਤੀ, ਨਹੀਂ ਗੱਲ ਬਣੀ। ਉਮਰਾਵ ਜਿਹੜੇ ਅਹਿਲਕਾਰ ਸੀ ਵੱਡੇ ਬਾਦਸ਼ਾਹ ਦੇ, ਉਹਨਾਂ 'ਤੇ ਵੀ ਪਹੁੰਚ ਕੀਤੀ। ਉਹਨਾਂ ਨੇ ਫਿਰ ਰਾਜੇ ਨਾਲ ਮਿਲਾ ਦਿੱਤਾ ਵੀ ਪੈਸੇ ਪੂਸੇ ਲੈ ਕੇ, ਮੋਹਰਾਂ ਲੈ ਕੇ। ਜਦੋਂ ਬਾਦਸ਼ਾਹ ਨਾਲ ਮੇਲ ਹੋਇਆ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਹਿੰਦੇ ਬਾਦਸ਼ਾਹ ਨੇ ਜਹਾਂਗੀਰ ਨੇ ਇੱਕੋ ਗੱਲ ਪੁੱਛੀ ਸੀ ਪ੍ਰਿਥੀ ਚੰਦ ਨੂੰ
ਵੀ ਗੁਰੂ ਅਰਜਨ ਦੇਵ ਗੁਰਤਾ ਗੱਦੀ 'ਤੇ ਆਪਣੇ ਆਪ ਬੈਠੇ ਆ ਜਾਂ ਤੁਹਾਡੇ ਪਿਤਾ ਜੀ ਬਿਠਾਲ ਗਏ? ਕਹਿੰਦੇ ਜੀ ਪਿਤਾ ਜੀ ਬਿਠਾਲ ਗਏ। ਕਹਿੰਦਾ ਫਿਰ ਮੈਂ ਕੁਛ ਨਹੀਂ ਕਰ ਸਕਦਾ। ਉਹਨੇ ਗੱਲ ਨਿਬੇੜਤੀ। ਫਿਰ ਇਹ ਗੱਲ ਦਰਬਾਰ 'ਚ ਨਹੀਂ ਮੁੜ ਕੇ ਚੱਲੀ ਸੀ। ਜਦੋਂ ਇਹਦੇ ਅੰਤਰਿਮ ਅਰਥ ਆਪਾਂ ਲੈਂਦੇ ਹਾਂ ਵੀ ਮਿਲ ਪੰਚੋ ਕੌਣ ਨੇ? ਜਿਹੜੇ ਪੰਡਿਤ ਲੋਕ ਨੇ ਉਹਨਾਂ ਨੂੰ ਪੰਚੋ ਕਹਿ ਦਿੱਤਾ। ਉਹਨਾਂ ਨੂੰ ਮਿਲੇ, ਉਹਨਾਂ ਕੋਲੋਂ ਵੀ ਜਿਹੜਾ ਸਾਡਾ ਮਨ ਦਾ ਭਰਮ ਸੀ, ਡਰ ਸੀ, ਉਹ ਦੂਰ ਨਹੀਂ ਹੋਇਆ ਪੰਡਤਾਂ ਨੂੰ ਵੀ ਮਿਲ ਕੇ। ਸੋ ਉਹ ਕਈ ਪ੍ਰਕਾਰ ਦੇ ਜਿੱਦਾਂ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲਿਆ ਹੈ ਪਾਪਨ ਵਿੱਚ ਪਾਉਂਦੇ ਰਹੇ। ਜੀਵ ਈਸ਼ ਦਾ ਭੇਦ ਨਹੀਂ ਪਤਾ ਲੱਗਾ ਪੰਡਤਾਂ ਦੇ ਕੋਲੋਂ, ਡਰ ਜਿਹਾ ਬਣਿਆ ਰਿਹਾ, ਗੱਲ ਨਹੀਂ ਬਣੀ। ਕਹਿੰਦੇ ਫਿਰ ਸਿੱਖਦਾਰ ਕੌਣ ਹੁੰਦੇ ਨੇ? ਸਿੱਖਦਾਰ ਹੁੰਦੇ ਨੇ ਸੋ ਜਿਹੜੇ ਸਰਦਾਰ ਹੈ, ਜਿਹੜੇ ਕਹਿੰਦੇ ਵੀ ਹਾਂ ਅਸੀਂ ਕੁਝ ਕਰ ਸਕਦੇ ਹਾਂ। ਪੰਚ ਤਾਂ ਹੋ ਗਏ ਸਿਰਫ ਦੱਸਣੇ ਵਾਲੇ ਹੀ ਹੈ। ਪੰਚ ਗ੍ਰੰਥ ਪੜ੍ਹ ਕੇ ਉਹ ਦੱਸ ਰਹੇ ਨੇ ਆ ਪਾਪ ਆ ਪੁੰਨ ਹੈ, ਉਹਨੂੰ ਪੰਚੋ ਕਹਿ ਦਿੱਤਾ। ਜਿੱਦਾਂ ਜਿਹੜੇ ਨਗਰ ਦੇ ਪੰਚ ਹੁੰਦੇ ਆ ਉਹ ਸਲਾਹ ਹੀ ਦੇ ਸਕਦੇ ਆ, ਬਾਕੀ ਜਿਹੜਾ ਜੋ ਠਾਣੇ ਵਾਲੇ ਜਿਹੜੇ ਜੋ ਕਰ ਦਿੰਦੇ ਆ ਪੰਚ ਤਾਂ ਨਹੀਂ ਕਰ ਸਕਦੇ। ਸੋ ਇਸ ਕਰਕੇ ਹਾਂ ਪੰਚਾਂ ਦੀ ਗੱਲ ਸੁਣੀ ਜ਼ਰੂਰ ਜਾਂਦੀ ਆ, ਪਰ ਜੋ ਠਾਣੇ ਵਾਲੇ ਕਰਦੇ ਉਹ ਪੰਚ, ਉੱਥੇ ਫਿਰ ਪੰਚਾਂ ਦੇ ਵੀ ਪੇਸ਼ ਨਹੀਂ ਜਾਂਦੀ। ਹੁਣ ਇੱਥੇ ਜਿਹੜੇ ਸਿੱਖਦਾਰ ਨੇ, ਸਿੱਖਦਾਰ ਮੰਨਿਆ ਜਾਂਦਾ ਜੋਤਸ਼ੀਆਂ ਨੂੰ। ਇਹ ਹਾਮੀ ਭਰਦੇ ਆ ਵੀ ਅਸੀਂ ਕਰ ਸਕਦੇ ਹਾਂ ਕਿਸੇ ਗ੍ਰਹਿ ਨੂੰ ਸ਼ਾਂਤ ਕਰਨਾ ਹੈ ਜੀ, ਫਿਰ ਦੱਸ ਦੇਣਾ ਆਹ ਸਮਾਂ ਇੱਦਾਂ ਆਉਣੇ ਵਾਲਾ। ਸੋ ਇਹ ਜੋਤਸ਼ੀ ਜਿਹੜੇ ਨੇ, ਜਿਹੜੀ ਜੋਤਸ਼ੀਆਂ ਦੀ ਜਮਾਤ ਹੈ, ਇਹ ਪੰਡਤਾਂ ਦੇ ਨਾਲੋਂ ਕੁਝ ਉੱਚੀ ਆ। ਪੰਡਤ ਤਾਂ ਵਿਦਵਾਨਾਂ ਵਿੱਚ ਆ ਗਿਆ ਨਾ, ਉਹਦੀ ਗੱਲ ਪੜ੍ਹ ਕੇ ਦੱਸ ਦਿੱਤੀ, ਸਮਝਾ ਦਿੱਤੀ। ਜੋਤਸ਼ੀ ਕਹਿੰਦੇ ਸੀ ਕਰ ਸਕਦੇ, ਜੋਤਸ਼ੀ ਇੱਦਾਂ ਹੁੰਦੇ ਆ। ਉਹਨਾਂ ਨੂੰ ਸਿੱਖਦਾਰ ਕਹਿ ਦਿੱਤਾ। ਕਹਿੰਦੇ ਸਿੱਖਦਾਰ ਨਹਿ ਪਤੀ ਆਇਆ, ਜੋਤਸ਼ੀਆਂ ਦੇ ਕੋਲ ਵੀ ਜਾ ਕੇ ਦੇਖ ਲਿਆ, ਨਹੀਂ ਗੱਲ ਬਣੀ। ਸੋ ਉਹ ਗ੍ਰਹਿਾਂ ਦੀ ਗੱਲ ਕਰਦੇ ਆ, ਉਹ ਕਹਿਣਗੇ ਵੀ ਆਹ ਅਪਾ ਕਰੋ, ਆਹ ਹੋਣੇ ਵਾਲਾ ਇਹ 66 ਸਤੀ ਹੈ। ਜਹਾਂਗੀਰ ਨੂੰ ਜੋਤਸ਼ੀ ਨੇ ਕਹਿਤਾ ਸੀ ਤੇਰੇ ਤੇ 66 ਸਤੀ ਆਉਣੇ ਵਾਲੀ ਹੈ, ਪੈਸੇ ਲੈ ਕੇ, ਰਿਸ਼ਵਤ ਲੈ ਕੇ। ਪਰ ਜਿਹੜੀ ਗੱਲ ਮੇਰੀ ਸੀਗੀ, ਮੇਰੀ ਤਾਂ ਇਹ ਸੀਗੀ ਭਈ ਜੀਵ ਈਸ਼ ਕਿੱਦਾਂ ਬਣਦਾ, ਜੀਵ ਦੇ ਮਨ ਵਿੱਚੋਂ ਡਰ ਕਿੱਦਾਂ ਨਿਕਲਦਾ, ਮੌਤ ਦਾ ਭੈ ਨਿਕਲ ਜਾਵੇ, ਇਹ ਇੱਕਮਿਕ ਹੋ ਜਾਵੇ। ਇਹ ਗੱਲ ਤਾਂ ਜੋਤਸ਼ੀ ਵੀ ਨਹੀਂ ਦੱਸਦੇ, ਉਹ ਵੀ ਤਾਂ ਗ੍ਰਹਿਾਂ ਦੀ ਗੱਲ ਕਰੀ ਜਾਣਗੇ। ਸੋ ਇੰਨੇ ਘਰ ਵਿੱਚ, ਤੇਰੇ ਘਰ ਵਿੱਚ 3 ਗ੍ਰਹਿ ਬਹਿ ਗਏ, ਕਦੀ ਕਹਿੰਦੇ 6 ਬਹਿ ਗਏ, 7 ਬਹਿ ਗਿਆ, ਪਰਸਪਰ ਵਿਰੋਧੀ ਬੜਾ ਚੱਕਰ ਆ ਜੋਤਸ਼ੀਆਂ ਦਾ ਵੀ। ਮਨ ਨਹੀਂ ਭਤੀਜਿਆ, ਜਿਹੜਾ ਨਾਮ ਦਾ ਖੋਜੀ ਆ ਨਾ, ਉਹ ਜੋਤਸ਼ੀਆਂ ਤੋਂ ਨਹੀਂ ਉਹਦੀ ਤਸੱਲੀ ਹੁੰਦੀ। ਜਿਹੜਾ ਅਧਿਆਤਮਿਕ ਕੁਛ ਲੱਭਦਾ ਪਿਆ ਨਾ, ਜੋਤਸ਼ੀ ਨਹੀਂ ਉਹਨੂੰ ਕੁਛ ਉਹਦੀ ਤਸੱਲੀ ਕਰਾ ਸਕਦੇ। ਹੁਣ ਤ੍ਰਿਸ਼ਨਾ ਦੀ ਅੱਗ ਬਲਦੀ, ਜੋਤਸ਼ੀ ਬੁਝਾ ਦੇਣਗੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨਹੀਂ ਪਤੀ ਆਇਆ, ਸਿੱਖਦਾਰੋ ਜੋਤਸ਼ੀਆਂ ਪਾਸੋਂ ਵੀ ਗੱਲ ਨਹੀਂ ਬਣੀ, ਨਹੀਂ ਭਤੀਜਿਆ ਮਨ। ਉਮਰਾਵੋ ਆਗੈ ਚੀਰਾ। ਫਿਰ ਦੇਵੀ ਦੇਵਤੇ ਅਮਰਾਓ ਹੋ ਗਏ, ਅਹਿਲਕਾਰ। ਇਹਨਾਂ ਦੇ ਅੱਗੇ ਵੀ ਝਗੜਾ ਹੀ ਰਿਹਾ, ਕਿਉਂਕਿ ਇਹ ਸੰਸਾਰਕ ਸੁੱਖ ਤਾਂ ਦਿੰਦੇ ਨੇ, ਦੁੱਧ ਦੇਤਾ, ਪੁੱਤ ਦੇਤਾ, ਕਾਰੋਬਾਰ ਚਲਾਤੇ, ਮੁਕਤੀ ਨਾ ਪਾਸ ਨਹੀਂ ਹੈ ਨਹੀਂ ਮੁਕਤੀ। ਸੋ ਉਂਝ ਬਾਕੀ ਸਾਰਾ ਕੁਝ ਹੈ, ਬਾਕੀ ਜੋ ਨਾ ਸੋ ਤਦੇ ਹੀ ਦੁਨੀਆ ਇਹਨਾਂ ਨੂੰ ਪੂਜਦੀ ਹੈ। ਪਰ ਜਿਹੜਾ ਮੋਕਸ਼ ਚਾਹੁੰਦਾ ਹੈ, ਜਿਹੜਾ ਜੀਵਨ ਮਰਨਾ ਮਿਟਣਾ ਚਾਹੁੰਦਾ ਹੈ, ਉਹ ਤਾਂ ਦੇਵੀ ਦੇਵਤਿਆਂ ਦੇ ਅੱਗੇ ਜਾ ਕੇ ਵੀ ਤਾਂ ਝਮੇਲੇ 'ਚ ਹੀ ਰਿਹਾ। ਇੱਥੇ ਵੀ ਦਾਤਾਂ ਦੀਆਂ ਹੀ ਗੱਲਾਂ ਹੋ ਰਹੀਆਂ, ਇੱਥੇ ਵੀ ਮੁਕਤੀ ਵਾਲੀ ਤਾਂ ਗੱਲ ਤਾਂ ਕੋਈ ਹੈ ਨਹੀਂ। ਤੁਮ ਜੋ ਕਹਿਤ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਜੇ ਤੈਨੂੰ ਸਾਰੇ ਜਿਹੜੇ ਆਦ ਸ਼ਕਤੀ ਕਹਿੰਦੇ ਆ, ਮੁਕਤੀ ਕਿਉਂ ਨਹੀਂ ਦੇ ਸਕਦੀ? ਜਿਵੇਂ ਭਗੀਰਥ ਨੂੰ ਜਿਹੜੀ ਦੇਵੀ ਨੂੰ ਮੰਨਦਾ ਸੀ, ਉਹ ਦੇਵੀ ਨੇ ਇਹਨੂੰ ਸੁਪਨੇ ਸੀਗਾ, ਕਹਿੰਦਾ ਮੁਕਤੀ ਹੈ ਨਹੀਂ ਮੇਰੇ ਕੋਲ। ਉਹ ਸੁਲਤਾਨਪੁਰ 'ਚ ਬਾਬਾ ਨਾਨਕ ਬੈਠਾ ਆ, ਉਹ ਮਾਲਕ ਆ,
ਉੱਥੇ ਚੱਲ ਜਾ। ਫੇਰ ਆਇਆ ਸੀ ਭਗੀਰਥ, ਤੇ ਦੇਵੀ ਤਾਂ ਵਿਚਾਰੀ ਸੀ ਭਗੀਰਥ ਵੀ। ਉਮਰਾਵਹੁ ਆਗੇ ਝੇਰਾ। ਉਮਰਾਓ ਇੱਕ ਦੇਵੀ ਦੇਵਤੇ, ਇੱਕ ਸੰਤਾਂ ਨੂੰ ਅਵਤਾਰ ਮੰਨਿਆ ਜਾਂਦਾ। ਉਮਰਾਓ ਜਿਹੜੇ ਸੰਤ ਨੇ, ਭਗਤ ਜਨ ਨੇ। ਸੋ ਜਦੋਂ ਇਹਨਾਂ ਅੱਗੇ ਆਣ ਕੇ ਆਪਣਾ ਰੋਣਾ ਰੋਇਆ ਵੀ ਮੇਰੇ ਮਨ ਦੀ ਸ਼ਾਂਤੀ ਹੋ ਜਾਵੇ, ਮੈਨੂੰ ਮੋਕਸ਼ ਮਿਲ ਜਾਵੇ, ਉਹਨੇ ਫਿਰ ਇੱਕ ਰਾਹ ਦੱਸਿਆ। ਸੰਤ ਸਹਾਈ ਪ੍ਰੇਮ ਕੇ, ਉਹਨੇ ਰਾਹ ਦੱਸਿਆ। ਕਿਹੜਾ ਰਾਹ ਦੱਸਿਆ? ਉਹ ਕਹਿੰਦੇ ਭਾਈ ਭਜਨ ਬੰਦਗੀ ਕਰ, ਬਾਣੀ ਪੜ੍ਹਿਆ ਕਰ, ਮਿਲ ਰਾਜਨ ਰਾਮ ਨਵੇਰਾ। ਜਦੋਂ ਸੰਤਾਂ ਮਹਾਂਪੁਰਖਾਂ ਦੇ ਜ਼ਰੀਏ, ਸੋ ਗੁਰੂ ਦੇ ਨਾਲ ਜਦੋਂ ਮੇਲ ਹੁੰਦਾ, ਰਾਜਨ ਕੌਣ ਆ? ਗੁਰੂ। ਜਦੋਂ ਰਾਜਨ ਦੇ ਨਾਲ ਮੇਲ ਹੋ ਗਿਆ, ਗੁਰਬਾਣੀ ਦੇ ਨਾਲ ਮੇਲ ਹੋ ਗਿਆ, ਸੰਤਾਂ ਨੇ ਗੁਰਬਾਣੀ ਦੀ ਸੋਝੀ ਕਰਾਤੀ। ਗੁਰਮੁਖੀ ਬਾਣੀ ਦੀ ਸੋਝੀ ਕਰਾਉਂਦੇ ਆ, ਉੱਦਾਂ ਬਾਣੀ ਦੀ ਕਿੱਥੇ ਸੋਝੀ ਆਉਂਦੀ ਭਾਈ? ਬਾਣੀ ਕੀ ਆ? ਗੁਰੂ। ਸੋ ਗੁਰਮੁਖਾਂ ਨੇ, ਸੰਤਾਂ ਨੇ, ਭਗਤਾਂ ਨੇ ਮੈਨੂੰ ਜਦੋਂ ਬਾਣੀ ਦੀ ਸੋਝੀ ਕਰਾਈ, ਉਦੋਂ ਬਾਣੀ ਨਾਲ ਮੇਲ ਹੋ ਗਿਆ। ਫਿਰ ਮਹਾਰਾਜ ਕਹਿੰਦੇ ਰਾਜਨ ਰਾਮ ਨਵੇਰਾ। ਬਾਣੀ ਨੇ ਨਵੇੜਾ ਕਰ ਦਿੱਤਾ। ਬਾਣੀ ਤਾਂ ਐਨ ਨਖੇੜਾ ਕਰ ਦਿੰਦੀ ਹੈ। ਬਾਣੀ ਦੱਸੇਗੀ ਭਾਈ ਕੀ ਕਰਨਾ, ਕੀ ਨਹੀਂ ਕਰਨਾ। ਬਾਣੀ ਪਹਿਲਾਂ ਤੁਹਾਨੂੰ ਇਹ ਵੀ ਦੱਸੂਗੀ ਵੀ ਇਹਦਾ ਜਨਮਾਂ ਜਨਮਾਂਤਰਾਂ ਦੀਆਂ ਖੇਡਾਂ ਆ। ਪੁਨਰ ਜਨਮ ਦੀ ਗੱਲ ਬਾਣੀ ਸਾਰੀ ਸਮਝਾਉਂਦੀ ਹੈ। ਜਿਹੜਾ ਯਹੂਦੀ ਹੈ ਜਾਂ ਈਸਾਈ ਮਤ ਹੈ, ਮੁਸਲਮਾਨ ਹੈ, ਇਹ ਪੁਨਰ ਜਨਮ ਨਹੀਂ ਮੰਨਦੇ। ਇਹ ਨਹੀਂ ਮੰਨਦੇ ਵੀ ਬੰਦਾ ਵਾਰ-ਵਾਰ ਜਨਮ ਲੈਂਦਾ। ਬਾਣੀ ਕਹਿੰਦੀ ਲੈਂਦਾ। ਗੁਰਬਾਣੀ ਕਹਿੰਦੀ ਭਾਈ ਭੁਲੇਖੇ ਜਿਹੇ ਨਾ ਰਿਓ, 84 ਲੱਖ ਜੋਨਾਂ ਆ। ਬਾਣੀ ਨੇ ਸਮਝਾਈ ਗੱਲ। ਅਤੇ ਇਹ ਕਹਿੰਦਾ ਜੀ ਇਹ ਤਾਂ ਬੜਾ ਝਮੇਲਾ। ਮਹਾਰਾਜ ਕਹਿੰਦੇ ਮਿਟ ਜਾਂਦਾ। ਭਗਤੀ ਕਰਨੀ ਸ਼ੁਰੂ ਕਰ ਕਹਿੰਦੇ, ਨਾਮ ਜਪਣਾ ਸ਼ੁਰੂ ਕਰ ਕਹਿੰਦੇ। ਫਿਰ ਇਹ 84 ਲੱਖ ਜੋਨਾਂ ਦਾ ਜਿਹੜਾ ਝਗੜਾ ਪਿਆ, ਇਹ ਹੈ ਝਗੜਾ ਹੀ ਆ। ਜੋਨ ਵਿੱਚ ਵਾਰ-ਵਾਰ ਜੰਮਣਾ ਮਰਨਾ ਝਗੜਾ ਹੀ ਆ, ਹੋਰ ਕੀ ਹੈ? ਇਹ ਝਗੜਾ ਗੁਰੂ ਨਿਬੇੜ ਸਕਦਾ ਹੈ, ਹੋਰ ਨਹੀਂ ਕੋਈ ਨਿਬੇੜਦਾ। ਕਹਿੰਦੇ ਜਦੋਂ ਗੁਰੂ ਦੇ ਨਾਲ ਮੇਲ ਹੋਇਆ ਤੇ ਗੁਰੂ ਨੇ ਝਗੜਾ ਹੀ ਨਿਬੇੜ ਦਿੱਤਾ। ਕਹਿੰਦੇ ਅਬ ਢੂੰਡਨ ਕਤਹੁ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ। ਹੁਣ ਕੀ ਹੈ? ਹੁਣ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਝਗੜਾ ਮਿਟ ਗਿਆ। ਗੁਰਬਾਣੀ ਦੇ ਨਾਲ ਮਨ ਸ਼ਾਂਤ ਹੋ ਗਿਆ, ਮਨ ਦੀਆਂ ਕਾਮਨਾਵਾਂ ਖਤਮ ਹੋ ਗਈਆਂ। ਮਨ ਹੁਣ ਇੱਕੋ ਹੀ ਕੰਮ ਕਰਦਾ। ਮਨ ਹੁਣ ਸਮਝ ਗਿਆ ਨਾ, ਇਹਨੂੰ ਪਤਾ ਲੱਗ ਗਿਆ, ਜਾਗ ਗਿਆ। ਹੁਣ ਇੱਕੋ ਹੀ ਕੰਮ ਕਰਦਾ। ਕੀ ਕਰਦਾ? ਨਾਮ ਜਪਦਾ ਬਸ। ਹੁਣ ਬਾਣੀ ਪੜ੍ਹਦਾ, ਨਾਮ ਜਪਦਾ। ਕਹਿੰਦੇ ਹੁਣ ਸੋ ਕਿਹਨੂੰ ਲੱਭੇ ਤੇ ਕਿੱਥੇ ਜਾਵੇ? ਜਿਹਨੂੰ ਲੱਭਦਾ ਸੀ ਉਹ ਤਾਂ ਅੰਦਰੋਂ ਹੀ ਮਿਲ ਗਿਆ, ਇਸ ਕਰਕੇ ਕਿਤੇ ਜਾਣ ਦੀ ਲੋੜ ਨਹੀਂ। ਗੋਬਿੰਦ ਭੇਟੇ ਗੁਰ ਗੋਸਾਈ। ਗੁਰੂ ਨੇ ਮੈਨੂੰ ਉਹ ਗੋਸਾਈ ਦੇ ਨਾਲ ਮੇਰਾ ਅੰਤਰ ਆਤਮੇ ਮੇਲ ਕਰਾ ਦਿੱਤਾ। ਗੋਸਾਈ ਹੁੰਦਾ ਸ੍ਰਿਸ਼ਟੀ ਦਾ ਮਾਲਕ। ਸ੍ਰੀ ਗੋਬਿੰਦ ਪਰਮਾਤਮਾ ਦਾ ਨਾਮ ਹੋ ਗਿਆ। ਰਹਾਓ ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿਟੀ ਪੁਕਾਰਾ। ਸੋ ਸਾਧ ਸੰਗਤ ਨੂੰ ਜਿੱਥੇ ਗੁਰੂ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ, ਤੇ ਇਹਨੂੰ ਪ੍ਰਭੂ ਦਾ ਦਰਬਾਰ ਮੰਨਿਆ ਜਾਂਦਾ ਹੈ ਵੀ ਇਹ ਦਰਬਾਰ ਹੈ, ਰੱਬ ਦਾ ਦਰਬਾਰ ਹੈ। ਸੇ ਕਿਸੇ ਰਾਜੇ ਮਹਾਰਾਜੇ ਦਾ ਦਰਬਾਰ ਥੋੜ੍ਹੀ ਹੈ, ਇਹ ਤਾਂ ਰੱਬ ਦਾ ਦਰਬਾਰ ਹੈ। ਪਰ ਹੁਣ ਜਦੋਂ ਰਾਜਿਆਂ ਦੇ ਦਰਬਾਰ ਵਿੱਚ ਇਹ ਪੇਸ਼ ਹੁੰਦਾ, ਪੁਕਾਰਾਂ ਕਰਦਾ, ਅਤੇ ਰਾਜਾ ਦੀ ਪੁਕਾਰ ਮੇੜ ਥੋੜ੍ਹੀ ਸਕਦਾ। ਰਾਜੇ ਕੋਲ ਗਲਤ ਫੈਸਲੇ ਵੀ ਹੁੰਦੇ ਆ, ਬੜੇ ਨੇ ਐਸੇ। ਜੇਲ੍ਹਾਂ 'ਚ ਜਾ ਕੇ ਦੇਖੋ ਅਤੇ ਬੜੇ ਗਲਤ ਫੈਸਲੇ ਹੋਏ ਪਏ ਨੇ। ਬੜੀ ਦੁਨੀਆ ਰੋਂਦੀ ਆ, ਕਰਲਾਉਂਦੀ ਹੈ, ਫੈਸਲੇ ਨਹੀਂ ਸਹੀ ਹੁੰਦੇ। ਇਹਨਾਂ ਨੂੰ ਕੀ ਪਤਾ? ਜਿੱਥੇ ਜੇ ਦੁਨੀਆ ਦੇ ਜਿਹੜੇ ਸ਼ਾਸਕ ਨੇ, ਫੈਸਲੇ ਦੇਣੇ ਵਾਲੇ, ਅਗਰ ਗਲਤ ਫੈਸਲਾ ਦਿੰਦੇ ਨੇ ਤਾਂ ਪ੍ਰਭੂ ਦੇ ਦਰਬਾਰ ਵਿੱਚ ਆ ਜਾ। ਕਹਿੰਦੇ ਪ੍ਰਭੂ ਦੇ ਦਰਬਾਰ 'ਚ ਆ ਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿਟੀ ਪੁਕਾਰਾ। ਕਿਤੇ ਪੁਕਾਰ ਕਰਨ ਦੀ ਲੋੜ ਨਹੀਂ। ਕਿਸੇ ਨੂੰ ਝੂਠਾ ਇਲਜ਼ਾਮ ਕਿਸੇ 'ਤੇ ਲੱਗਾ, ਕਤਲ ਦਾ ਸੱਚੀ ਘਟਨਾ ਹਿੰਦੁਸਤਾਨ ਦੀ, ਫਾਂਸੀ ਦੀ ਸਜ਼ਾ ਹੁੰਦੀ ਹੈ। ਜਦੋਂ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ, ਉਹ ਕਹਿੰਦਾ ਵੀ ਮੈਂ ਕੀਤਾ ਵੀ ਨਹੀਂ ਕਤਲ, ਅਤੇ ਮੈਨੂੰ ਫਾਂਸੀ ਹੋ ਜਾਣੀ ਹੈ।
ਤੇ ਉਹਦੀ ਪੇਸ਼ੀ ਸੀ ਕਹਿੰਦੇ। ਜਦੋਂ ਪੇਸ਼ੀ ਸੀ ਤੇ ਉਹਨੂੰ ਬੇੜੀਆਂ ਪਈਆਂ ਹੋਈਆਂ ਤੇ ਉਹਨੂੰ ਕੋਟ ਵੱਲ ਨੂੰ ਲੈ ਕੇ ਜਾ ਰਿਹਾ, ਤੇ ਰਾਸਤੇ 'ਚ ਗੁਰਦੁਆਰਾ ਦੁੱਖ ਨਿਵਾਰਨ ਪੈਂਦਾ ਪਟਿਆਲੇ, ਦੁੱਖ ਨੌਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ। ਉਹ ਕਹਿਣ ਲੱਗਾ ਪੁਲਿਸ ਵਾਲਿਆਂ ਨੇ ਵੀ ਮੈਨੂੰ ਇੱਕ ਵਾਰ ਕਹਿੰਦਾ ਮਹਾਰਾਜ ਦੇ ਸਥਾਨ 'ਤੇ ਮੱਥਾ ਟੇਕ ਲੈਣ ਦਿਓ, ਫਿਰ ਪੇਸ਼ੀ 'ਤੇ ਜਾਣਾ। ਜਦੋਂ ਮਹਾਰਾਜ ਦੇ ਦਰਬਾਰ 'ਚ ਆਇਆ ਨਾ ਤੇ ਭੁੱਬਾਂ ਮਾਰ ਕੇ ਰੋ ਪਿਆ, ਕਹਿੰਦਾ ਵੀ ਜਿਹੜੇ ਦੁਨਿਆਵੀ ਰਾਜੇ ਨੇ ਨਾ, ਸੋ ਇਹਨੇ ਤਾਂ ਫੈਸਲਾ ਗਲਤ ਦੇ ਦਿੱਤਾ। ਮੈਂ ਇਹ ਪਾਪ ਨਹੀਂ ਕੀਤਾ ਜਿਹਦੀ ਮੈਨੂੰ ਸਜ਼ਾ ਜਿਹੜੀ ਆ ਸੁਣਾਈ ਗਈ ਹੈ। ਇਹਨੇ ਫੈਸਲਾ ਗਲਤ ਦੇ ਦਿੱਤਾ ਤੇ ਹੁਣ ਤੂੰ ਫੈਸਲਾ ਆਪਣਾ ਸਹੀ ਕਰ, ਕਹਿੰਦਾ ਤੇਰੇ ਤੋਂ ਬਿਨਾਂ ਹੋਰ ਕੋਈ ਫੈਸਲਾ ਬਦਲ ਨਹੀਂ ਸਕਦਾ। ਸੋ ਉਹ ਦੇਖਦਿਆਂ ਨਹੀਂ ਉਹਦੀਆਂ ਕੜੀਆਂ ਲੱਗੀਆਂ ਸੀ, ਕੜੀਆਂ ਖੁੱਲ੍ਹੀਆਂ, ਉਹਦੀਆਂ ਬੇੜੀਆਂ ਕੜੀਆਂ ਹੀ ਖੁੱਲ੍ਹ ਗਈਆਂ। ਫਿਰ ਕਹਿੰਦੇ ਉਹਨੇ ਥਾਣੇਦਾਰ ਨੇ ਜਾ ਕੇ ਕੋਰਟ ਵਿੱਚ ਦੱਸੀ ਇਹ ਗੱਲ ਵੀ ਇਹਦੀਆਂ ਇੱਦਾਂ ਨੌਵੇਂ ਪਾਤਸ਼ਾਹ ਜੀ ਦੇ ਸਥਾਨ 'ਤੇ ਨੇ ਅਰਦਾਸ ਕੀਤੀ ਅਤੇ ਮੇਰੇ ਦੇਖਦਿਆਂ ਇਹਦੀਆਂ ਕੜੀਆਂ ਖੋਲ੍ਹੀਆਂ। ਜੱਜ ਕਹਿੰਦਾ ਨੌਵੇਂ ਪਾਤਸ਼ਾਹ ਨੇ ਫੈਸਲਾ ਦੇ ਦਿੱਤਾ ਅਤੇ ਅਸੀਂ ਕੌਣ ਹੁੰਦੇ ਫੈਸਲਾ ਬਦਲਣੇ ਵਾਲੇ। ਸੋ ਉਹਨੇ ਵੀ ਨਾਲ ਹੀ ਸਜ਼ਾ ਮਾਫ਼ ਕਰ ਦਿੱਤੀ। ਪ੍ਰਭੂ ਦੇ ਦਰਬਾਰ ਵਿੱਚ ਆਣ ਕੇ ਪੁਕਾਰ ਮਿਟਦੀ ਹੈ। ਜਿਹੜੇ ਦੁਨਿਆਵੀ ਹਾਕਮ ਨੇ, ਸੋ ਇਹਨੇ ਜਿੰਨੇ ਮਰਜ਼ੀ ਨਾ ਅੱਗੇ ਰੋਈ ਕੁਰਲਾਈ ਜਾਓ, ਇੱਥੇ ਕਿਤੇ ਪੁਕਾਰਾਂ ਮਿਟੇ ਤੇ ਤਾਂ ਵੱਧਦੀਆਂ। ਸੋ ਜੇ ਉੱਥੇ ਨਹੀਂ ਸੁਣੀ ਜਾਂਦੀ ਨਾ, ਇੱਕ ਪ੍ਰਭੂ ਦਾ ਦਰਬਾਰ ਹੈ, ਇੱਥੇ ਪੁਕਾਰ ਕਰੋ, ਗੁਰੂ ਦੇ ਅੱਗੇ ਪੁਕਾਰ ਕਰੋ, ਇੱਥੇ ਫਿਰ ਪੁਕਾਰ ਮਿਟ ਜਾਂਦੀ, ਪਾਪ ਪੂਰੀ ਹੋ ਜਾਂਦੀ, ਜੋ ਨਿਆਂ ਹੁੰਦਾ ਨਿਆਂ ਹੋ ਜਾਂਦਾ ਹੈ। ਹੁਣ ਮਹਾਰਾਜ ਕਹਿੰਦੇ ਮੈਂ ਤਾਂ ਸੋ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ। ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਗਿਆ ਤੇ ਮੇਰੀ ਪੁਕਾਰਾ ਕੀ ਹੈ, ਮੇਰੀਆਂ ਮੰਗਾਂ, ਅਧਿਆਤਮਕ ਅਰਥ ਜਿਹੜਾ ਜਿੱਦਾਂ ਮਨ ਕਹਿੰਦਾ ਸੀ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਅਤੇ ਕਦੀ ਕਹਿੰਦਾ ਇਹਨੇ ਮੇਰੇ ਨਾਲ ਧੱਕਾ ਕਰਤਾ, ਇਹਨੇ ਮੇਰੇ ਨਾਲ ਨਿਆਂ ਕਰਤਾ, ਮੇਰੇ ਨਾਲ ਆਹ ਹੋ ਗਿਆ, ਇੱਦਾਂ ਸ਼ਿਕਾਇਤ ਚੱਲਦਾ। ਪੁਕਾਰਾਂ ਹੀ ਹੁੰਦੀਆਂ, ਬੰਦੇ ਦੀ ਸਾਰੀ ਜ਼ਿੰਦਗੀ ਪੁਕਾਰਾਂ ਚੱਲਦੀਆਂ ਰਹਿੰਦੀਆਂ। ਮਨ ਚੁੱਪ ਕਰਦਾ, ਇਹ ਤਾਂ ਕਹਿੰਦਾ ਨਹੀਂ, ਕਹਿੰਦਾ ਜੀ ਠੀਕ ਹੈ ਜੀ, ਇਹ ਤਾਂ ਉਹ ਕਹਿੰਦਾ ਮਨ ਠੀਕ ਹੈ ਬਿਲਕੁਲ, ਜਿਹੜਾ ਮਨ ਫਿਰ ਉਹਦਾ ਹੋ ਜਾਂਦਾ ਸੀ, ਨਹੀਂ ਤਾਂ ਮਨ ਨਹੀਂ ਕਦੀ ਮੰਨਦਾ, ਕਹਿੰਦਾ ਨਹੀਂ ਠੀਕ ਨਹੀਂ, ਕਹਿੰਦਾ ਪੁਕਾਰਾਂ ਹੀ ਰਹਿੰਦੀਆਂ। ਪਰ ਜਦੋਂ ਸੋ ਗੁਰੂ ਦੇ ਦਰਬਾਰ ਵਿੱਚ ਭਾਵ ਜਦੋਂ ਬਾਣੀ ਦਾ ਅੰਦਰ ਪ੍ਰਕਾਸ਼ ਆਉਂਦਾ ਨਾ, ਪੁਕਾਰਾਂ ਹੀ ਸਾਰੀਆਂ ਮਿਟ ਜਾਂਦੀਆਂ। ਕੀ ਕਹਾਂ, ਕਹਿੰਦਾ ਹੁਣ ਕਹਾਂ ਕੀ, ਮਨ ਤਾਂ ਐਨ ਆਰਾਮ ਨਾਲ ਬੈਠਾ, ਜਿਹਨੇ ਪੁਕਾਰਾਂ ਕਰਨ ਵਾਲਾ ਤਾਂ ਬਹਿ ਗਿਆ, ਹੁਣ ਪੁਕਾਰ ਕੌਣ ਕਰੇ। ਕਹਿੰਦਾ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪੁਕਾਰਾਂ ਹੀ ਖਤਮ ਹੋ ਗਈਆਂ ਸਾਰੀਆਂ, ਕਿਉਂਕਿ ਪ੍ਰਭੂ ਦੇ ਦਰਬਾਰ ਵਿੱਚ ਆਉਣ ਨਾਲ ਪੁਕਾਰਾਂ ਖਤਮ ਹੋਣੀਆਂ। ਲੱਭਦੇ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ। ਲੱਭਦ ਹੁੰਦਾ ਜਿਸ ਵਸਤੂ ਦੀ ਖੋਜ ਹੋਵੇ, ਜਿਹਨੂੰ ਬੰਦਾ ਲੱਭਦਾ ਹੋਵੇ ਉਹਨੂੰ ਲੱਭਦ ਕਿਹਾ ਜਾਂਦਾ। ਭਾਲ ਕਰਦਾ ਸੀ, ਭਾਲ ਕਾਹਦੀ ਕਰਦਾ ਸੀ, ਇਹ ਸੁੱਖ ਦੀ, ਸ਼ਾਂਤੀ ਦੀ। ਪਤਾ ਹੈ ਨਹੀਂ ਸੀ ਸੁੱਖ ਕਿਹਦੇ ਵਿੱਚ ਹੈ। ਬੰਦਾ ਸਾਰੀ ਜ਼ਿੰਦਗੀ ਸੁੱਖ ਹੀ ਭਾਲਦਾ, ਕਦੀ ਕਹਿੰਦਾ ਮਾਇਆ ਵਿੱਚ ਸੁੱਖ ਹੈ, ਕਦੀ ਕਹਿੰਦਾ ਔਰਤ ਪਰਿਵਾਰ ਵਿੱਚ ਸੁੱਖ ਹੈ। ਹੁਣ ਜਿਹੜਾ ਬੰਦਾ ਇਕੱਲਾ ਰਹਿ ਰਿਹਾ ਕਹਿੰਦੇ ਨਹੀਂ ਪਰਿਵਾਰ ਵਿੱਚ ਸੁੱਖ ਹੈ, ਪਰਿਵਾਰ ਵਾਲਾ ਕਹਿੰਦਾ ਇਕੱਲਾ ਰਹਿ ਕੇ ਸੁੱਖ ਹੈ। ਸੁੱਖ ਦੋਨਾਂ ਨੂੰ ਹੈ ਨਹੀਂ, ਦੋਨਾਂ ਨੂੰ ਹੈ ਨਹੀਂ ਸੁੱਖ। ਤਾਂ ਨਾ ਤਾਂ ਇਕੱਲੇ ਨੂੰ ਸੁੱਖ ਹੈ, ਨਾ ਜਿਹਨੇ ਪਰਿਵਾਰ ਬਣਾਇਆ ਹੋਗਾ ਨਾ ਉਹਨੂੰ ਸੁੱਖ ਹੈ। ਅਜਾ ਕਹਿੰਦਾ ਧਨ ਵਾਲਾ, ਜਿਹਦੇ ਕੋਲ ਧਨ ਨਹੀਂ ਉਹ ਕਹਿੰਦਾ ਧਨ ਵਾਲਾ ਸੁੱਖ ਹੈ। ਪੁੱਛ ਲਓ ਧਨ ਵਾਲੇ ਨੂੰ, ਕਹਿੰਦਾ ਨਾ ਸੁੱਖ ਹੈ ਨਹੀਂ ਧਨ ਵਿੱਚ। ਨਾ ਕੰਗਾਲ ਕੋਲ ਸੁੱਖ ਹੈ, ਧਨਵਾਨ ਕੋਲ ਸੁੱਖ ਹੈ, ਨਾ ਪਰਿਵਾਰ ਵਾਲੇ ਕੋਲ ਸੁੱਖ ਹੈ, ਨਾ ਜਿਹੜਾ ਪਰਿਵਾਰ ਨਹੀਂ ਬਣਾਇਆ ਜੋਗੀ ਬਣ ਕੇ ਨਾ ਉਹਦੇ ਕੋਲ ਸੁੱਖ ਹੈ। ਭਾਈ ਰੇ ਸੁੱਖ ਸਾਧ ਸੰਗ ਪਾਇਆ, ਸੁੱਖ ਨਹੀਂ ਹੈ ਇਹਨਾਂ ਚੀਜ਼ਾਂ ਦੇ ਵਿੱਚ। ਸੁੱਖ ਜਿਹੜਾ ਹੁੰਦਾ ਜਦੋਂ ਗੁਰਮੁਖਾਂ ਦੇ ਨਾਲ ਬੈਠ ਕੇ ਬਾਣੀ ਦੀ ਵਿਚਾਰ ਕਰੀਦੀ, ਉਹਦੇ ਵਿੱਚ ਸੁੱਖ ਹੁੰਦਾ। ਵਿਚਾਰ ਵਿੱਚ ਸੁੱਖ ਹੈ। ਵਿਚਾਰ ਕਰੋ, ਗੁਰਬਾਣੀ ਮਹਾਰਾਜ ਨੇ ਸਾਨੂੰ ਦਿੱਤੀ। ਜਾਂ ਤਾਂ ਵੀ ਸਾਡੇ ਕੋਲ ਬਾਣੀ ਨਾ ਹੋਵੇ ਫਿਰ ਅਸੀਂ ਟੱਕਰਾਂ ਮਾਰੀਏ। ਮਹਾਰਾਜ ਨੇ ਇੱਕ ਬਹੁਤ ਵੱਡੀ ਭਾਲ ਸੀ ਨਾ ਜਿਹੜੀ ਖਤਮ ਕਰ ਦਿੱਤੀ। ਪਹਿਲੇ ਯੁੱਗਾਂ ਦੀ ਬੜੀ ਵੱਡੀ ਭਾਲ ਹੁੰਦੀ ਸੀ ਵੀ ਗੁਰੂ ਕਿਹਨੂੰ ਬਣਾਈਏ, ਭਾਲ ਹੁੰਦੀ ਸੀ, ਅਤੇ ਝੂਠੇ ਗੁਰੂ ਡੋਬ ਦੇਣਗੇ। ਪਰ ਉਹ ਭਾਲ ਖਤਮ ਹੋ ਗਈ ਸਾਡੀ ਵੀ ਗੁਰੂ ਗ੍ਰੰਥ ਸਾਹਿਬ ਕਿੱਡੀ ਵੱਡੀ ਦੇਣ ਹੋ ਗਈ ਮਹਾਰਾਜ ਦੀ। ਬਸ ਬਾਣੀ ਦੀ ਵਿਚਾਰ ਕਰਨ ਲੱਗ ਪਾਓ, ਉੱਥੇ ਸੁੱਖ ਪ੍ਰਾਪਤ ਹੋ ਜਾਂਦਾ। ਹੁਣ ਜਿਹੜੀ ਵਸਤੂ ਲੱਭਦਾ ਸੀਗਾ, ਲੱਭਦ ਦਾ ਭਾਵ ਹੁੰਦਾ ਸੀਗਾ ਵੀ ਜਿਸ ਦੀ ਇਹਨੂੰ ਖੋਜ ਸੀ, ਉਹ ਲੱਭਦੇ ਆਪਣੀ ਪਾਈ, ਆਪਣਾ ਆਤਮਿਕ ਸੁੱਖ ਲੱਭਦਾ ਸੀ, ਉਹ ਗੁਰਬਾਣੀ ਦੇ ਵਿਚਾਰ ਵਿੱਚੋਂ ਮਿਲ ਗਿਆ।
ਜਦੋਂ ਬਾਣੀ ਦੀ ਵਿਚਾਰ ਕੀਤੀ ਕਹਿੰਦੇ ਤਾਂ ਕਤ ਆਵੈ ਕਤ ਜਾਈ, ਹੁਣ ਆਉਣਾ ਜਾਣਾ ਖਤਮ, ਹੁਣ ਨਹੀਂ ਭਾਲ ਕਰਦਾ, ਇੱਧਰ ਉੱਧਰ ਦੌੜ ਭੱਜ ਸਾਰੀ ਖਤਮ ਹੋ ਗਈ, ਹੁਣ ਤਸੱਲੀ ਨਾਲ ਬਹਿ ਗਿਆ। ਕਹਿੰਦੇ ਤੈ ਸਾਚ ਨਿਆਏ ਨਿਬੇਰਾ, ਊਹਾਂ ਸਮ ਠਾਕੁਰ ਸਮ ਚੇਰਾ। ਜਿਹੜਾ ਪਾਰ ਬ੍ਰਹਮ ਪਰਮੇਸ਼ਰ ਆ ਨਾ, ਉਹਦੀ ਜਿਹੜੀ ਇਹ ਦਰਗਾਹ ਆ, ਉਹਦੀ ਜਿਹੜੀ ਕਚਹਿਰੀ ਹੈ, ਅਤੇ ਉੱਥੇ ਸੱਚ ਦਾ ਨਿਆਂ ਹੁੰਦਾ, ਸੱਚਾ ਨਿਆਂ ਹੁੰਦਾ ਅਤੇ ਨਿਬੇੜਾ ਹੋ ਜਾਂਦਾ। ਜੇ ਸੱਚਾ ਨਿਆਂ ਹੋ ਜਾਵੇ ਤਾਂ ਨਿਬੇੜਾ ਹੋ ਜਾਂਦਾ। ਜੇ ਅਨਿਆਏ ਹੋਵੇ ਫਿਰ ਨਾ ਨਿਬੇੜਾ ਹੋਵੇ। ਅਨਿਆਏ 'ਚ ਨਿਬੇੜਾ ਹੈ ਨਹੀਂ, ਨਿਆਂ ਵਿੱਚ ਨਿਬੇੜਾ ਹੁੰਦਾ। ਅਤੇ ਰੱਬ ਦੀ ਦਰਗਾਹ ਦੇ ਵਿੱਚ ਨਿਆਂ ਹੁੰਦਾ। ਇਸ ਕਰਕੇ ਨਾਲ ਹੀ ਪਹਿਲੀ ਪੇਸ਼ 'ਚ ਨਿਬੇੜਾ ਹੋ ਜਾਂਦਾ। ਕਹਿੰਦੇ ਉਸ ਦੀ ਦਰਗਾਹ ਦੇ ਵਿੱਚ ਸਮ ਠਾਕੁਰ ਸਮ ਚੇਰਾ, ਉਹਦੀ ਦਰਗਾਹ ਵਿੱਚ ਵੱਡਾ ਛੋਟਾ ਕੋਈ ਨਹੀਂ ਹੈ। ਉਹ ਚਾਹੇ ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ, ਧਨਵਾਨ ਹੈ, ਅਤੇ ਚਾਹੇ ਭਾਈ ਕੋਈ ਕੰਗਾਲ ਹੈ, ਉਹਦੀ ਕਚਹਿਰੀ 'ਚ ਖੜ੍ਹੇ ਨੇ, ਕਰਮ ਵੇਖਣੇ ਨੇ, ਕਿਸੇ ਦੀ ਪ੍ਰਭਤਾ ਨਹੀਂ ਵੇਖਣੀ ਪਈ ਕੰਗਾਲ ਸੀ ਅਤੇ ਇਹ ਸੋ ਭਾਈ ਠਾਕਰ ਸੀਗਾ, ਬਹੁਤ ਵੱਡਾ ਬੰਦਾ ਸੀਗਾ। ਨਾ, ਉਹਦੇ ਕਰਮ ਵੇਖੇ ਜਾਂਦੇ ਨੇ। ਦਰਗਾਹ ਵਿੱਚ ਧਰਮ ਨਹੀਂ ਵੇਖਿਆ ਜਾਂਦਾ, ਹੋਰ ਤਾਂ ਛੱਡੋ, ਕਰਮ ਵੇਖੇ ਜਾਂਦੇ। ਅਮੀਰੀ ਗਰੀਬੀ ਨਹੀਂ ਵੇਖੀ ਜਾਂਦੀ, ਜਾਤ ਨਹੀਂ ਵੇਖੀ ਜਾਂਦੀ, ਧਰਮ ਨਹੀਂ ਵੇਖਿਆ ਜਾਂਦਾ, ਕਰਮ ਵੇਖੇ ਜਾਂਦੇ ਨੇ। ਮਹਾਰਾਜ ਵੀ ਕਹਿੰਦਾ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮਾਂ ਦੇ ਹਿਸਾਬ ਦੇ ਨਾਲ ਨਿਬੇੜਾ ਹੁੰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਉੱਥੇ ਦਾ ਕਹਿੰਦੇ ਭਈ ਫਰਕ ਨਹੀਂ, ਕੋਈ ਇੱਕੋ ਜਿਹਾ ਸਾਰਿਆਂ ਨੂੰ ਵੇਖਿਆ ਜਾਂਦਾ ਅਤੇ ਨਿਆਂ ਵੀ ਸੋ ਜੋ ਕਰਮ ਕੀਤੇ ਨੇ ਉਸ ਅਨੁਸਾਰ ਕੀਤਾ ਜਾਂਦਾ ਪ੍ਰਭੂ ਦੀ ਦਰਗਾਹ 'ਚ। ਹੁਣ ਧਰਮ ਰਾਜਾ ਕਚਹਿਰੀ ਲਾਉਂਦਾ ਤਾਂ ਉਹ ਵੀ ਤਾਂ ਪ੍ਰਭੂ ਦੀ ਦਰਗਾਹ ਆ। ਧਰਮ ਰਾਜਾ ਤਾਂ ਉਹਦਾ ਮੁਲਾਜ਼ਮ ਹੈ। ਧਰਮ ਰਾਜਾ ਤਾਂ ਧਰਮ ਰਾਜੇ ਨੂੰ ਤਾਂ ਉਹਨੇ ਬਿਠਾਲਿਆ ਹੋਇਆ, ਔਰ ਉਹਦੇ 'ਤੇ ਹੁਕਮ ਹੈ ਬੈ ਸੱਚਾ ਨਿਆਂ ਵਿਚਾਰ, ਕਰੜਾ ਹੁਕਮ ਹੈ ਉਹਦੇ 'ਤੇ ਵੀ ਦੇਖੀ ਗਲਤੀ ਨਾ ਕਰ ਦੇਈਂ। ਇਹ ਥੋੜ੍ਹੀ ਫਿਰ ਧਰਮ ਰਾਜੇ ਦੀ ਕੋਈ ਸਿਫਾਰਿਸ਼ ਕਰ ਜੋ, ਉਹਨੂੰ ਕੁਰਸੀ 'ਤੇ ਲਾਉਂਦੇ ਦੇਰੀ ਨਹੀਂ ਲੱਗਣੀ ਉਸੇ ਵਕਤ। ਧਰਮ ਰਾਜਾ ਤਾਂ ਇੱਕ ਪਦਵੀ ਹੈ, ਉਹਦੇ 'ਤੇ ਜਿਹਨੂੰ ਮਰਜ਼ੀ ਬਿਠਾ ਦਊਗਾ। ਉਹ ਤਾਂ ਇੱਕ ਅਹੁਦਾ, ਇੱਕ ਪਦਵੀ ਹੈ। ਜਿਹਦਾ DC ਇੱਕ ਪਦਵੀ ਹੈ। ਬੰਦਾ ਕਿੰਨੇ ਬਦਲਦੇ ਨੇ, ਉਹਦਾ ਨਾਲ ਜਿਹੜਾ ਆ ਜਾਂਦਾ ਉਹਦੇ ਨਾਲ DC ਲੱਗ ਜਾਂਦਾ। PM ਕਿੰਨੇ ਬਦਲਦੇ ਨੇ, ਜਿਹੜਾ ਬਹਿ ਗਿਆ ਉਹਦੇ ਨਾਲ PM ਲੱਗ ਜਾਂਦਾ ਜੀ। ਸੋ ਇਸ ਕਰਕੇ ਉਹ ਜਿਹੜਾ ਵੀ ਧਰਮ ਰਾਜੇ ਦੀ ਕੁਰਸੀ 'ਤੇ ਬੈਠਾ, ਉਹਦੇ 'ਤੇ ਕਰੜਾ ਹੁਕਮ ਹੈ ਕਿ ਵੀ ਸੱਚਾ ਨਿਆਂ ਵਿਚਾਰ, ਉਹ ਫਿਰ ਗਲਤੀ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ, ਕਹਿੰਦੇ ਧਰਮ ਰਾਜੇ ਨੂੰ ਇਸ ਗੱਲ ਦਾ ਪਤਾ ਵੀ, ਉਹ ਅੰਤਰਜਾਮੀ ਨੂੰ ਸਾਰਾ ਪਤਾ, ਮੈਂ ਜੇ ਗਲਤੀ ਕਰ ਗਿਆ ਉਹਨੂੰ ਤਾਂ ਪਤਾ ਹੈ ਨਾ। ਅੰਤਰ ਜਾਮੀ ਜਾਨੈ, ਬਿਨ ਬੋਲਤ ਆਬ ਬਸ਼ਾਨੈ। ਉਹਦੀ ਦਰਗਾਹ ਦੇ ਵਿੱਚ ਉਹ ਅੰਤਰਜਾਮੀ ਬਿਨਾਂ ਬੋਲੇ ਤੋਂ ਸਭ ਕੁਝ ਜਾਣਦਾ ਹੈ। ਸੋ ਇਸ ਕਰਕੇ ਇਹਨੂੰ ਪੁੱਛਿਆ ਵੀ ਨਹੀਂ ਜਾਂਦਾ ਵੀ ਤੂੰ ਕੰਮ ਕੀਤਾ, ਉਹਨੂੰ ਦੱਸਿਆ ਜਾਂਦਾ ਵੀ ਤੂੰ ਇਹ ਕੰਮ ਕੀਤਾ ਆ, ਪੁੱਛਿਆ ਨਹੀਂ ਜਾਂਦਾ। ਬੰਦੇ ਦੀ ਤਾਂ ਫਿਤਰਤ ਹੀ ਹੈ, ਜਿਹਨੂੰ ਪੁੱਛ ਰਿਹਾ ਨੇ ਕਿਹੜਾ ਮੈਂ ਨਹੀਂ ਜੀ ਕੀਤਾ। ਗਿੱਝਿਆ ਹੋਇਆ ਨਾ ਇੱਥੋਂ ਦਾ, ਜਿਹੜਾ ਦਾ ਚੰਗਾ ਕੰਮ ਕਹਿੰਦਾ ਮੈਂ ਕੀਤਾ, ਜਿਹੜਾ ਕੰਮ ਗਲਤ ਹੋਇਆ ਕਹਿੰਦਾ ਮੈਂ ਨਹੀਂ ਕੀਤਾ, ਗਿੱਝਿਆ ਹੋਇਆ। ਇਹਨੂੰ ਪੁੱਛਿਆ ਨਹੀਂ ਜਾਂਦਾ, ਇਹਨੂੰ ਦੱਸਿਆ ਜਾਂਦਾ ਤੂੰ ਆਹ ਕੀਤਾ ਆ। ਮੰਨਣਾ ਪੈਂਦਾ ਕਿ ਉੱਥੇ ਕੌਣ ਆ, ਫਿਰ ਕਿੱਥੇ ਨਾ ਕੋਈ ਗਵਾਹ, ਨਾ ਕੋਈ ਗੱਲ, ਨਾ ਕੋਈ ਬਾਤ, ਕੁਛ ਨਹੀਂ ਹੋਣਾ। ਉਹ ਅੰਤਰਜਾਮੀ ਸਭ ਕੁਝ ਜਾਣਦਾ। ਜਿਵੇਂ ਹੁਣ ਗੁਰੂ ਦੀ ਕਚਹਿਰੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਰੱਬ ਮੰਨਦਾ ਸਿੱਖ, ਕਿਉਂਕਿ ਬਾਣੀ ਕਹਿੰਦੀ ਹੈ, ਗੁਰੂ ਕਹਿੰਦੇ। ਜੇ ਗੁਰੂ ਅਰਜਨ ਦੇਵ ਜੀ ਨੇ ਜਦੋਂ ਤੋਂ ਬੀੜ ਸਾਹਿਬ ਦੀ ਰਚਨਾ ਕਰ ਦਿੱਤੀ ਤਾਂ ਰੱਬ ਵਾਂਗੂ ਪੂਜਿਆ ਗੁਰੂ ਗ੍ਰੰਥ ਸਾਹਿਬ ਨੂੰ, ਅਤੇ ਭਾਈ ਅਸੀਂ ਕਿਉਂ ਨਹੀਂ ਪੂਜਦੇ। ਗੁਰੂ ਕਲਗੀਧਰ ਮਹਾਰਾਜ ਨੇ ਸਿਰ ਝੁਕਾਇਆ ਵੀ ਇਹ ਸਾਰਾ ਕੁਝ ਇਹਦੇ ਵਿੱਚ ਹੀ ਹੈ, ਮਹਾਰਾਜ ਸੱਚੇ ਪਾਤਸ਼ਾਹ। ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨੂੰ ਰੱਬ ਦੀ ਕਚਹਿਰੀ ਮੰਨਦਾ ਸਿੱਖ, ਮੰਨਣੀ ਵੀ ਚਾਹੀਦੀ ਹੈ। ਫਿਰ ਰੱਬ ਦੀ ਕਚਹਿਰੀ ਕਹਿੰਦੇ ਅੰਤਰਜਾਮੀ ਜਨ, ਇੱਥੇ ਆਣ ਕੇ ਨਹੀਂ ਝੂਠ ਬੋਲਣਾ, ਨਹੀਂ ਝੂਠ ਬੋਲਣਾ ਇੱਥੇ ਆਣ ਕੇ। ਉਹ ਅੰਤਰਜਾਮੀ ਹੈ, ਉਹ ਜਾਣਦਾ ਹੈ ਸਾਰਾ ਕੁਝ। ਜਿਵੇਂ ਉਹ ਜਿਹਦੀਆਂ ਬੇੜੀਆਂ ਨਹੀਂ ਖੁੱਲ੍ਹ ਗਈਆਂ, ਉਹ ਜਾਣਦਾ ਵੀ ਨਹੀਂ ਤੈਂ ਨਹੀਂ ਅਪਰਾਧ ਕੀਤਾ। ਅਤੇ ਗੁਰੂ ਦੇ ਸਨਮੁਖ ਬੇਨਤੀ ਕਰਦੇ ਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਤੇਰੇ ਕੋਲ ਹੀ ਨਿਆਂ ਆ, ਹੋਰ ਕਿਸੇ ਕੋਲ ਨਿਆਂ ਨਹੀਂ। ਉਹ ਨਿਆਂ ਕਰਦਾ, ਪੂਰਾ ਨਿਆਂ ਕਰੇ ਕਰਤਾਰ। ਸਤਿਗੁਰੂ ਜੀ ਅੰਤਰਜਾਮੀ ਜਾਣਦੇ ਨੇ, ਬਿਨ ਬੋਲਤ ਆਪ ਪਛਾਨੈ, ਬਿਨਾਂ ਬੋਲੇ ਪਛਾਣਦੇ ਨੇ। ਸਰਬ ਥਾਨ ਕੋ ਰਾਜਾ,
ਤਹ ਅਨਹਦ ਸ਼ਬਦ ਅਗਾਜਾ। ਸਤਿਗੁਰੂ ਜੀ ਮਹਾਰਾਜ ਰਾਜੇ ਨੇ ਹਰ ਇੱਕ ਜਗ੍ਹਾ ਦੇ, ਹਰ ਇੱਕ ਜਗ੍ਹਾ। ਇਹ ਨਹੀਂ ਵੀ ਹਿੰਦੁਸਤਾਨ 'ਚ ਰਾਜੇ ਤੇ ਅਮਰੀਕਾ 'ਚ ਨਹੀਂ, ਇੱਦਾਂ ਨਹੀਂ। ਸਾਰੀ ਧਰਤੀ 'ਤੇ ਰਾਜ ਕਿਹਦਾ? ਸਤਿਗੁਰੂ ਜੀ ਦਾ, ਬਾਬੇ ਨਾਨਕ ਦਾ। ਖੰਡਾਂ ਬ੍ਰਹਮੰਡਾਂ ਦੀ ਗੱਲ ਹੈ, ਕੋਟ ਬ੍ਰਹਮਾਂਡ ਕੋ ਠਾਕੁਰ ਸੁਆਮੀ, ਇੱਦਾਂ ਕਿਹਾ ਮਹਾਰਾਜ। ਖੰਡਾਂ ਬ੍ਰਹਮੰਡਾਂ 'ਤੇ ਰਾਜ ਕਿਹਦਾ? ਸਤਿਗੁਰੂ ਦਾ। ਸਰਬਥਾਨ ਕੋ ਰਾਜਾ ਤੇ ਅਨਹਦ ਸ਼ਬਦ ਅਗਾਜਾ। ਜਿਹੜਾ ਮੰਨ ਲੈਂਦਾ ਨਾ ਵੀ ਬਾਣੀ ਜਿਹੜੀ ਹੈ ਸੋ ਇਹਦਾ ਹੀ ਰਾਜ ਹੈ ਸਾਰੇ ਪਾਸੇ, ਉਸ ਦੇ ਅੰਦਰ ਅਨਹਦ ਸ਼ਬਦ ਦਾ ਆਗਾਜ਼ ਹੁੰਦਾ ਹੈ, ਅਨਹਦ ਸ਼ਬਦ ਦਾ ਪ੍ਰਗਟਾ ਹੁੰਦਾ ਹੈ, ਅਨਹਦ ਸ਼ਬਦ ਉਹਦੇ ਬਚਦਾ। ਜਿਹੜਾ ਬਾਣੀ ਨੂੰ ਸਰਬਥਾਨ ਕੋ ਰਾਜਾ ਮੰਨਦਾ ਹੈ, ਬਾਣੀ ਨੇ ਪ੍ਰਕਾਸ਼ ਬਾਣੀ ਨੇ ਕਰਨਾ, ਅਨਹਦ ਸ਼ਬਦ ਬਾਣੀ ਚਲਾਉਂਦੀ ਹੈ। ਸੋ ਬਾਣੀ ਨੂੰ ਇੰਝ ਜਿਹੜਾ ਮੰਨ ਲੈਂਦਾ, ਕਹਿੰਦੇ ਤਿਸ ਬੈ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਭਾਈ ਬਾਣੀ ਅੱਗੇ ਕਾਹਦੀ ਚਤੁਰਾਈ? ਜੇ ਤੂੰ ਬਾਣੀ ਦਾ ਰੂਪ ਹੋਣਾ ਚਾਹੁੰਦਾ ਤਾਂ ਆਪਾ ਗਵਾ ਦੇ, ਆਪਣੀ ਮੱਤ ਪਰੇ ਰੱਖ ਦੇ। ਬਾਣੀ ਤਾਂ, ਬਾਣੀ ਵਿੱਚੋਂ ਤਾਂ ਸਾਰੀਆਂ ਮੱਤਾਂ ਨਿਕਲਦੀਆਂ। ਕੋਈ ਸਾਇੰਸਦਾਨ, ਕੋਈ ਡਾਕਟਰ, ਕੋਈ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਬਾਣੀ ਦੇ ਅੱਗੇ ਟਿਕ ਸਕਦਾ? ਕੋਈ ਨਹੀਂ ਟਿਕ ਸਕਦਾ ਬਾਣੀ ਅੱਗੇ। ਇਸ ਕਰਕੇ ਬਾਣੀ ਦੇ ਅੱਗੇ ਆਪਣੀ ਚਤੁਰਾਈ ਨਹੀਂ ਰੱਖਣੀ, ਬਾਣੀ ਅੱਗੇ ਚਤੁਰਾਈ ਨਹੀਂ। ਜਿਸ ਨੇ ਆਪਣੀ ਚਤੁਰਾਈ ਛੱਡੀ ਉਹ ਬਾਣੀ ਰੂਪ ਹੋ ਗਿਆ, ਉਹ ਨਿਰੰਕਾਰ ਦਾ ਰੂਪ ਹੋ ਗਿਆ, ਉਹ ਉਹਦੇ ਵਿੱਚ ਅਭੇਦ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੈ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਵਰਾ ਸੁਆਮੀ, ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਂ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਵਸ ਕੀਤੇ। ਕਾਲ ਕੰਠਕ ਮਾਰਿਆ, ਤੁਰਗਰਮ ਪਾਇਆ। ਤੁਰਜਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨਸਣੋ ਵਡ ਭਾਗੀਆਂ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੇਰੀ ਰਾਸ, ਤੂੰ ਮਾਤ ਪਿਤਾ ਮਾਰ ਕੇ ਕੋਈ ਨ ਜਾਣ ਤੁਰਾ ਅੰਤ। ਭਗਵੰਤ ਸਗਲ ਸਮਗਰੀ, ਸੂਤਰ ਧਾਰੀ। ਸੋ ਆਗਿਆਕਾਰੀ, ਤੁਮੀ ਜਾਣੀ ਨਾਮ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।
ਦਸਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਨਾਈ ਨੂੰ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਹ ਪਿਆਰਿਆਂ 64 ਸਾਹਿਬਜ਼ਾਦਿਆਂ 40 ਅੱਠੀਆਂ ਜੁੱਤੀਆਂ ਤੱਤੀਆਂ ਸਿਰਦਵਾਨਾਂ ਜਿਨ੍ਹਾਂ ਤੇਰਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਵਾਕ ਦੇ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੇ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਲਗਾਇਆ ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ